ਰੁਪਈਏ ਵੀ ਕੱਢੇ ਨੇ ਜਿਹੜੇ ਅੱਜ ਤੱਕ ਅਸੀਂ ਲੰਗਰ ਦੇ ਰੂਪ ਵਿੱਚ ਛਕਦੇ ਆ ਰਹੇ ਹਾਂ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ 20 ਦਮੜੇ ਦੇ ਕੇ ਮਹਿਤਾ ਕਾਲੂ ਜੀ ਆਖਣ ਲੱਗੇ, ਪੁੱਤਰ ਜੀ ਗੱਲ ਇਉਂ ਹੈ ਵੀ ਇਹ ਰਕਮ ਲੈ ਜਾਓ, ਕੋਈ ਵੀ ਵਪਾਰ ਕਰੋ, ਸਾਜੋ ਸਮਾਨ ਖਰੀਦੋ ਔਰ ਆਪਣੀ ਆਮਦਨੀ ਨੂੰ ਬੜਾਵਾ ਦਿਓ, ਪਦਾਰਥ ਵੇਚੋ, ਪੈਸੇ ਕਮਾਓ। ਜੇ ਸੌਦਾ ਖਰਾ ਹੋਇਆ ਤੇ ਮੈਂ ਹੋਰ ਰਕਮ ਦੇ ਕੇ ਤੁਹਾਡੇ ਵਪਾਰ ਨੂੰ ਵਧਾ ਦੇਵਾਂਗਾ। ਬੜੇ ਸੁੰਦਰ ਅਲਫਾਜ਼ ਨੇ ਕਵੀ ਸੰਤੋਖ ਸਿੰਘ ਹੁਣਾਂ ਦੇ, ਕਹਿੰਦੇ ਮੁਝ ਤੇ 20 ਕਾਰ ਖਿੱਕ ਲੀਜੈ, ਆਨ ਸਥਾਨ ਪਿਆਨੋ ਕੀਜੈ, ਫੇਰ ਲਾਭ ਦਾ ਵਸਤ ਵਿਚਾਰੀ, ਮਨ ਜਾਹੋ ਨਿਜ ਮਤ ਕੇ ਅਨੁਸਾਰੀ। ਆਪਣੇ ਪਿੰਡ ਨੂੰ ਛੱਡੋ, ਕਿਧਰੇ ਬਾਹਰ ਵਪਾਰ ਕਰੋ, ਵਣਜ ਕਰੋ ਔਰ ਆਪਣੀ ਮਤ ਲਾ ਕੇ ਕਾਰੋਬਾਰ ਨੂੰ ਵਧਾਓ। ਬਾਲਾ ਲੇਹੋ ਦੂਸਰਾ ਸੰਗਾ, ਸੁਤ ਜਾਵੋ ਅਬ ਸਹਿਤ ਉਮੰਗਾ। ਹੁਣ ਇੱਕ ਦਾਨਾ ਪ੍ਰਦਾਨਾ ਪਿੰਡ ਚੋਂ ਇਨਸਾਨ ਲੈ ਜਾਓ ਔਰ ਤੁਹਾਨੂੰ ਕੋਈ ਉਹ ਚੰਗੀ ਰਾਏ ਦੇਵੇਗਾ। ਹੁਣ ਪਰਿਵਾਰ ਦੇ ਨੇੜੇ ਭਾਈ ਬਾਲਾ ਜੀ ਸਨ ਔਰ ਉਮਰ ਕਰਕੇ ਵੱਡੇ ਨੇ, ਗੁਰੂ ਨਾਨਕ ਸਾਹਿਬ ਤੋਂ ਦਾਨੇ ਪ੍ਰਦਾਨੇ ਨੇ। ਭਾਈ ਬਾਲੇ ਨੂੰ ਨਾਲ ਲੈ ਲਿਆ ਪਾਤਸ਼ਾਹ ਨੇ, ਪਿੰਡੋਂ ਚੱਲ ਪਏ ਨੇ ਰਾਏ ਭੋਏ ਦੀ ਤਲਵੰਡੀ ਤੋਂ। ਥੋੜਾ ਤੁਰੇ ਗਏ, ਕੋ 10-12 ਕੋ ਦੂਰ ਗਏ ਸਨ, ਉੱਥੇ ਚੂੜਕਾਣਾ ਪਿੰਡ ਆਉਂਦਾ ਹੈ। ਮਹਾਰਾਜ ਉੱਥੇ ਪਹੁੰਚੇ ਨੇ। ਕੀ ਵੇਂਦੇ ਨੇ ਉੱਥੇ? ਕੁਝ ਮਹਾਪੁਰਸ਼ ਮਹਾਤਮਾ ਰੱਬ ਦੇ ਗੀਤ ਗਾ ਰਹੇ ਨੇ। ਖੁਦਾ ਗੁਰੂ ਨਾਨਕ ਸਾਹਿਬ ਸਾਧੂਆਂ ਦੇ ਅੱਗੇ ਜਾ ਕੇ ਪੁੱਛਦੇ ਨੇ ਉਹਨਾਂ ਦੇ ਮੁਖੀ ਨੂੰ, ਤੁਹਾਡਾ ਨਾਮ ਕੀ ਹੈ? ਕਵੀ ਸੰਤੋਖ ਸਿੰਘ ਲਿਖਦੇ ਨੇ, ਸੰਤ ਰੇਨ ਹੈ ਨਾਮ ਹਮਾਰਾ, ਸ੍ਰੀ ਗੁਰੂ ਬਚ ਸੋ ਧਰਿਓ ਸੁਧਾਰਾ। ਉਹ ਮਹਾਪੁਰਸ਼ ਕਹਿੰਦਾ ਜੀ ਸੰਤ ਰੇਨ ਨਾਮ ਹੈ ਮੇਰਾ। ਬਚਨ ਕੀਤੇ, ਬਚਨ ਬਿਲਾਸ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਮਨ ਵਿੱਚ ਇਹ ਖਿਆਲ ਆਇਆ ਵੀ ਸਾਧੂ ਕੁਝ ਦਿਨਾਂ ਤੋਂ ਭੁੱਖੇ ਨੇ, ਇਹਨਾਂ ਨੂੰ ਭੋਜਨ ਨਹੀਂ ਮਿਲਿਆ। ਸੰਤੋਖੀ ਸਾਧੂ ਸਨ, ਜੇ ਕੋਈ ਭੋਜਨ ਦੇ ਜਾਂਦਾ ਹੈ ਛਕਦੇ ਨੇ, ਮੰਗਣ ਕਿਤੇ ਜਾਂਦੇ ਨਹੀਂ। ਸੋਚਿਆ ਮਨਾ, ਇਹਦੇ ਨਾਲੋਂ ਵੱਡਾ ਖਰਾ ਸੌਦਾ ਕੀ ਹੋਵੇਗਾ? ਇਹਨਾਂ ਦੀਆਂ ਆਂਦਰਾਂ ਭੁੱਖੀਆਂ ਨੇ, ਭੋਜਨ ਛਕਾ ਦੇਵਾਂ, ਇਹ ਮਾਇਆ ਨੇਕ ਕਰਮ ਤੇ ਲੱਗ ਜਾਵੇ, ਸਫਲੀ ਹੋ ਜਾਵੇਗੀ। 20 ਰੁਪਈਏ ਕੱਢ ਕੇ ਸਾਧੂਆਂ ਦੇ ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਟਿਕਾ ਦਿੱਤੇ। ਵੇਖੋ ਗੁਰੂ ਦਾ ਸੁਭਾਅ ਹੈ, ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ। ਗੁਰੂ ਦਾਤਾਰ ਹੈ, ਅਕਾਲ ਪੁਰਖ ਦਾ ਰੂਪ ਹੈ, ਸਭ ਨੂੰ ਆਧਾਰ ਦੇਣ ਵਾਲਾ ਹੈ, ਆਸਰਾ ਦੇਣ ਵਾਲਾ ਹੈ, ਰੋਟੀ ਬੋਟੀ ਦੇਣ ਵਾਲਾ ਹੈ। ਦਇਆ ਆਈ, ਪੈਸੇ ਸਾਧੂਆਂ ਦੇ ਚਰਨਾਂ ਵਿੱਚ ਰੱਖ ਦਿੱਤੇ ਤੇ ਸੰਤ ਰੇਨ ਜੀ ਕਹਿੰਦੇ, ਬਾਲਕ ਗੱਲ ਇਉਂ ਹੈ, ਤੇਰੇ ਬਚਨਾਂ ਤੋਂ ਸਮਝ ਪੈਂਦੀ ਹੈ ਵੀ ਇਹ ਪੈਸੇ ਤੇਰੇ ਪਿਤਾ ਨੇ ਕੋਈ ਵਪਾਰ ਕਰਨ ਲਈ ਦਿੱਤੇ ਨੇ, ਫਾਇਦੇਮੰਦਾ ਸੌਦਾ ਕਰਨ ਲਈ ਦਿੱਤੇ ਨੇ। ਤੂੰ ਜਾ ਵਪਾਰ ਕਰ, ਜੇ ਸਾਨੂੰ ਲੰਗਰ ਪਾਣੀ ਛਕਾਇਆ ਤੈਨੂੰ ਝਿੜਕਾਂ ਪੈਣੀਆਂ ਹੈ, ਤੈਨੂੰ ਤਕਲੀਫ ਹੋਵੇਗੀ। ਪਿਤਾ ਝਿੜਕੇਗਾ ਵੀ ਪੈਸੇ ਉਜਾੜ ਆਇਆ ਹੈ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ, ਸੰਤ ਜੀ ਮੇਰਾ ਫਿਕਰ ਨਾ ਕਰੋ, ਜੋ ਹੋਵੇਗਾ ਮੈਂ ਝੱਲ ਲਵਾਂਗਾ, ਤੁਸੀਂ ਆਂਦਰਾਂ ਦੀ ਭੁੱਖ ਮਿਟਾਓ। ਬਾਣੀ ਪਤਾ ਕੀ ਕਹਿੰਦੀ ਹੈ? ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ, ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਗੁਰੂ ਅਕਾਲ ਪੁਰਖ ਦਾ ਰੂਪ ਹੈ, ਉਹ ਸਾਰਿਆਂ ਦੇ ਅੰਦਰ ਅਕਾਲ ਪੁਰਖ ਦੀ ਜੋਤ ਨੂੰ ਵੇਂਦਾ ਹੋਇਆ ਸਾਰਿਆਂ ਨਾਲ ਇੱਕ ਜੈਸਾ ਵਿਹਾਰ ਕਰਦਾ ਹੈ। ਸਦਾ ਦਇਆ ਦਾ ਘਰ ਹੈ ਗੁਰੂ, ਸਦਾ ਰਹਿਮ ਕਰਨ ਵਾਲਾ ਰਹੀਮ ਹੈ ਗੁਰੂ, ਕਰਮ ਕਰਨ ਵਾਲਾ ਕਰੀਮ ਹੈ ਗੁਰੂ। ਸੰਤ ਕਹਿੰਦੇ, ਦੇਖ ਬਾਲਕਾ, ਪੈਸੇ ਤੇ ਨਹੀਂ ਲੈਣੇ,
ਜੇ ਤੇਰੀ ਇੱਛਾ ਹੈ ਸੇਵਾ ਕਰਨ ਦੀ ਤੇ ਰਸਤ ਲਿਆ ਦੇ, ਭੋਜਨ ਅਸੀਂ ਛਕ ਲਵਾਂਗੇ। ਮਹਾਰਾਜ ਗੁਰੂ ਨਾਨਕ ਸਾਹਿਬ ਰਸਤ ਲੈਣ ਚਲੇ ਗਏ। ਪਰਉਪਕਾਰੀ ਸੁਭਾਅ ਵੇਖ ਕੇ ਪਾਤਸ਼ਾਹ ਦਾ ਸਾਧੂਆਂ ਨੇ ਬੜਾ ਜਸ ਗਾਇਆ, ਰਸਤ ਲਿਆ ਕੇ ਦੇ ਦਿੱਤੀ ਔਰ ਆਪ ਇੱਥੋਂ ਵਾਪਸ ਪਿੰਡ ਨੂੰ ਰਾਏ ਭੋਏ ਦੀ ਤਲਵੰਡੀ ਵੱਲ ਨੂੰ ਗੁਰੂ ਨਾਨਕ ਸਾਹਿਬ ਚੱਲ ਪਏ। ਹੁਣ ਸੰਤ ਰੇਨ ਨੂੰ ਮੰਡਲੀ ਦੇ ਨਾਲ ਦੇ ਸਾਧੂਆਂ ਨੇ ਸਵਾਲ ਕੀਤਾ ਹੈ ਵੀ ਤੁਸੀਂ ਬਾਲਕ ਨੂੰ ਏਡੀ ਜਲਦੀ ਕਿਉਂ ਤੋਰ ਦਿੱਤਾ ਹੈ? ਕਿਤਨਾ ਨੂਰਾਨੀ ਚਿਹਰਾ ਸੀ ਉਸਦਾ, ਕੈਸੇ ਅਜ਼ਮਤੀ ਬੋਲ ਸਨ ਉਸਦੇ, ਦਿਲ ਕਰਦਾ ਸੀ ਉਹਦੇ ਗਲੂਏ ਮੁਬਾਰਕ ਦੇ ਬੋਲ ਸਾਰਾ ਜਨਮ ਹੀ ਸੁਣੀ ਜਾਈਏ। ਸੰਤ ਰੇਨ ਨੇ ਜਵਾਬ ਦਿੱਤਾ ਸੀ, ਗੱਲ ਸੁਣੋ, ਅਸਲ ਦੇ ਵਿੱਚ ਇਹ ਕੋਈ ਪਰਮ ਪੁਰਖ ਦੁਨੀਆ ਤੇ ਪ੍ਰਗਟ ਹੋਇਆ ਹੈ। ਇਹਦੀ ਜਿਹੜੀ ਚਿਹਰੇ ਦੀ ਚਮਕ ਸੀ ਨਾ, ਜਿਹੜਾ ਇਹਦਾ ਤੇਜ ਪ੍ਰਤਾਪ ਸੀ, ਇਹਦੀ ਬਰਕਤ ਸੀ, ਅਸਲ ਗੱਲ ਇਹ ਹੈ ਵੀ ਮੈਥੋਂ ਝੱਲੀ ਨਹੀਂ ਗਈ। ਜਿਵੇਂ ਸੂਰਜ ਵੱਲ ਵੇਖੀ ਜਾਈਏ ਤੇ ਕੁਝ ਸਮੇਂ ਬਾਅਦ ਸੂਰਜ ਦਾ ਪ੍ਰਤਾਪ ਇੰਨਾ ਵੱਧਦਾ ਹੈ ਵੀ ਸਾਨੂੰ ਅੱਖਾਂ ਬੰਦ ਕਰਨੀਆਂ ਪੈਂਦੀਆਂ ਨੇ। ਕਹਿੰਦਾ ਮੈਨੂੰ ਅੱਖਾਂ ਮੀਟਣੀਆਂ ਪੈ ਗਈਆਂ, ਮੁੰਦਣੀਆਂ ਪੈ ਗਈਆਂ, ਇਹਦਾ ਪ੍ਰਕਾਸ਼ ਐਸਾ ਸੀ ਮੈਥੋਂ ਝੱਲ ਨਹੀਂ ਹੋਇਆ। ਕਵੀ ਸੰਤੋਖ ਸਿੰਘ ਲਿਖਦੇ ਨੇ, ਇਹ ਕੋ ਪਰਮ ਪੁਰਖ ਸੁਖਦਾਨੀ, ਕਲਾਵਾਨ ਗਿਆਨੀ ਗੁਣਖਾਨੀ। ਇਹ ਪਰਮ ਪੁਰਖ ਹੈ, ਪਰਮੇਸ਼ਵਰ ਦਾ ਰੂਪ ਹੈ, ਕਲਾਵਾਨ ਹੈ, ਕਰਾਮਾਤੀ ਹੈ, ਅਜ਼ਮਤੀ ਹੈ, ਮੈਥੋਂ ਇਹਦਾ ਪ੍ਰਤਾਪ ਨਾ ਚੱਲਿਆ ਗਿਆ। ਬਾਣੀ ਨੂੰ ਪੁੱਛੋ ਕਿਤਨਾ ਕੁ ਪ੍ਰਤਾਪ ਹੈ ਗੁਰਾਂ ਦਾ। ਮਹਾਰਾਜ ਕਹਿੰਦੇ ਨੇ, ਪ੍ਰਤਾਪ ਸਦਾ ਗੁਰ ਕਾ ਘਟ ਘਟ, ਪ੍ਰਗਾਸ ਭਇਆ ਜਸ ਜਨ ਕੈ। ਗੁਰੂ ਦਾ ਪ੍ਰਤਾਪ ਹੀ ਤੁਹਾਡੇ ਅੰਦਰ ਜੋਤ ਬਣ ਕੇ ਸਮਾਇਆ ਹੈ, ਤਾਂ ਹੀ ਕਦਮ ਉਠਾ ਲੈਂਦੇ ਹੋ। ਪ੍ਰਤਾਪ ਖਿੱਚ ਲਵੇ ਤੇ ਸਰੀਰ ਮਿੱਟੀ, ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ। ਗੁਰੂ ਪਰਮੇਸ਼ਰ ਦੇ ਪ੍ਰਤਾਪ ਨਾਲ ਹੀ ਸੂਰਜ ਪ੍ਰਗਟ ਹੈ, ਚੰਦਰਮਾ ਜਗਦਾ ਹੈ, ਤੁਹਾਡੇ ਨੇਤਰ ਵੇਂਦੇ ਨੇ, ਉਹਦੇ ਪ੍ਰਕਾਸ਼ ਨਾਲ ਹੀ ਤੁਸੀਂ ਕਦਮ ਉਠਾਉਂਦੇ ਹੋ। ਪ੍ਰਕਾਸ਼ ਖਿੱਚ ਲਵੇ ਤੇ ਦੁਨੀਆ ਦਾ ਖੁਰਾ ਖੋਜ ਮਿਟ ਜਾਵੇ। ਐਸੇ ਅਕਾਲ ਪੁਰਖ ਦੇ ਸਰਗੁਣ ਸਰੂਪ ਗੁਰੂ ਨਾਨਕ ਦੇ ਮਸਤਕ ਵੱਲ ਵੇਂਦਿਆਂ ਉਹਦੇ ਨੇਤਰਾਂ ਵਿੱਚ ਨੇਤਰ ਪਾ ਲੈਣੇ, ਇਹ ਕੋਈ ਰੂਹੇ ਜ਼ਮੀਨ ਨੇ ਇਨਸਾਨ ਪ੍ਰਗਟ ਨਹੀਂ ਕੀਤਾ। ਐਸੀ ਚਮਕ ਹੈ ਪਾਤਸ਼ਾਹ ਦੀ। ਹੁਣ ਕਈ ਅਣਜਾਣ ਲੋਕ ਪਤਾ ਕੀ ਆਖਣਗੇ, ਇਹ ਜਿਹੜਾ ਸਾਧੂ ਮਿਲਿਆ ਸੀ ਨਾ ਸੰਤ ਰੇਨ, ਅਖੇ ਗੁਰੂ ਨਾਨਕ ਸਾਹਿਬ ਨੇ ਇਹਨੂੰ ਗੁਰੂ ਧਾਰਿਆ ਸੀ। ਗੁਰੂ ਧਾਰਨਾ ਪੈਂਦਾ ਹੈ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਤੇ ਆਮ ਇਨਸਾਨ ਨੂੰ। ਪਰਮੇਸ਼ਵਰ ਨਾਲੋਂ ਵੱਡਾ ਕੋਈ ਨਹੀਂ, ਉਹਨੂੰ ਗੁਰੂ ਧਾਰਨ ਦੀ ਲੋੜ ਨਹੀਂ। ਉਹ ਆਪ ਦੁਨੀਆ ਤੇ ਗੁਰੂ ਨਾਨਕ ਬਣ ਕੇ ਆਇਆ ਹੈ। ਔਰ ਕਹਿੰਦੇ ਜੀ ਬਾਣੀ 'ਚ ਲਿਖਿਆ ਹੈ, ਅਖੇ ਸੰਤ ਰੇਨ ਨੂੰ ਗੁਰੂ ਧਾਰਿਆ। ਪਹਿਲੀ ਗੱਲ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਕੋਈ ਪੰਕਤੀ ਆਉਂਦੀ ਨਹੀਂ ਸੰਤ ਰੇਨ ਵਾਲੀ। ਇੱਕ ਪੰਕਤੀ ਆਉਂਦੀ ਹੈ, ਉਹ ਗੁਰੂ ਅਰਜਨ ਸਾਹਿਬ ਦੀ ਹੈ, ਪੰਜਵੇਂ ਜਾਮੇ ਵਿੱਚ। ਮਹਾਰਾਜ ਕਹਿੰਦੇ ਨੇ, ਬਿਨ ਗੋਵਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ, ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਭਾਵੈ ਬਿਸਰਾਮ। ਇੱਥੇ ਅਰਥ ਕੀ ਹੈ? ਗੁਰੂ ਅਰਜਨ ਸਾਹਿਬ ਕਹਿੰਦੇ, ਪਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਦਾਤ ਜਿਹੜੀ ਮੰਗਣੀ ਹੈ ਉਹ ਅਜਾਈ ਚਲੀ ਜਾਵੇਗੀ। ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਣੀਐ, ਜੋ ਮੰਗੋਗੇ ਉਹ ਮਿਟ ਜਾਂਦਾ ਹੈ। ਇਹ ਕੱਚੀ ਗੱਲ ਹੈ। ਮੰਗਣਾ ਹੈ ਤੇ ਅਕਾਲ ਪੁਰਖ ਨੂੰ ਮੰਗੋ, ਉਹਦੇ ਨਾਲ ਸਭ ਕੁਝ ਤੁਹਾਡੀ ਝੋਲੀ ਆਣ ਪਵੇਗਾ। ਹੁਣ ਤੁਸੀਂ ਬਾਜ਼ਾਰ ਗਏ, ਫਲ ਲੈ ਆਂਦੇ, ਫਲ ਮੁੱਕ ਗਏ, ਫਿਰ ਬਾਜ਼ਾਰ ਗਏ, ਫਿਰ ਦੁਕਾਨਦਾਰ ਦੇ ਤਰਲੇ ਕੱਢੇ, ਇਹ ਰੋਜ਼ ਦਾ ਗੇੜ ਬਣ ਗਿਆ। ਤੇ ਜੇ ਘਰ ਵਿੱਚ ਹੀ ਪੌਦਾ ਲਾਇਆ ਹੁੰਦਾ, ਕੋਈ ਅੰਬਾਂ ਦਾ ਰੁੱਖ ਲਾਇਆ ਹੁੰਦਾ, ਤੇ ਬਾਜ਼ਾਰ ਨਾ ਜਾਣਾ ਪੈਂਦਾ। ਦਾਤਾਂ ਮੰਗਦਿਆਂ ਹੀ ਉਮਰ ਲੰਘ ਜਾਂਦੀ, ਮੁੱਕ ਜਾਂਦੀਆਂ, ਫਿਰ ਨੱਕ ਰਗੜਦੇ ਗੁਰੂ ਘਰ ਆ ਕੇ। ਜੇ ਗੁਰੂ ਨਾਨਕ ਮੰਗਿਆ ਹੁੰਦਾ, ਘਰ ਦਾ ਹੀ ਬਾਗ ਹੁੰਦਾ, ਗੁਰੂ ਨਾਨਕ ਪ੍ਰਗਟ ਹੁੰਦਾ, ਤੇ ਕਦੇ ਵੀ ਝੋਲੀ ਸਖਣੀ ਨਾ ਰਹਿੰਦੀ। ਮਹਾਰਾਜ ਕਹਿੰਦੇ ਅਕਾਲ ਪੁਰਖ ਨੂੰ ਮੰਗੋ। ਹੁਣ ਪੁੱਛੋ ਜੀ ਅਕਾਲ ਪੁਰਖ ਦੀ ਪ੍ਰਾਪਤੀ ਕਿਵੇਂ ਹੈ? ਕਹਿੰਦੇ ਸੰਤ ਰੇਨ ਮੰਗੋ, ਸਾਧੂਆਂ ਦੀ ਚਰਨ ਧੂੜੀ ਮੰਗੋ।
ਰੇਣ ਧੂੜੀ ਨੂੰ ਕਿਹਾ ਸਾਧੂਆਂ ਦਾ ਸੰਗ ਮੰਗੋ, ਜਿਹੜਾ ਚਰਨ ਧੂੜੀ ਸਾਧੂਆਂ ਦੀ ਮੰਗੇਗਾ। ਸਾਧੂ ਦੀ ਸੰਗਤ ਦੇ ਵਿੱਚ ਯਾਦ ਰੱਖਿਓ, ਅਕਾਲ ਪੁਰਖ ਦੇ ਗੀਤ ਗਾਉਣ ਦੀ ਯਾਦ 'ਚ ਆ ਜਾਵੇਗੀ ਤੇ ਉਹਦਾ ਜੀਵਨ ਸਫਲਾ ਹੋ ਜਾਵੇਗਾ, ਮਨ ਟਿਕ ਜਾਵੇਗਾ ਉਹਦਾ। ਖੈਰ, ਸੰਤ ਰੇਣ ਤੇ ਖੁਦ ਕਹਿ ਕੇ ਹਟਿਆ ਹੈ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਮੇਥੋਂ ਝੱਲਿਆ ਨਹੀਂ ਜਾਂਦਾ। ਉਹਦੇ ਅਕਾਲ ਪੁਰਖ ਦਾ ਸਰੂਪ ਨੇ। ਗੁਰੂ ਨਾਨਕ ਦਾ ਗੁਰੂ, ਗੁਰੂ ਨਾਨਕ ਦਾ ਨਿਰਗੁਣ ਸਰੂਪ ਅਕਾਲ ਪੁਰਖ ਹੀ ਹੈ, ਕੋਈ ਚਮਦਾ ਲਫਾਫਾ ਨਹੀਂ ਹੈ। ਬਾਣੀ ਕਹਿੰਦੀ ਹੈ ਗੁਰ ਗੋਪਾਲ ਪੁਰਖ ਭਗਵਾਨ। ਗੁਰੂ ਨਾਨਕ ਆਪ ਹੀ ਭਗਵਾਨ ਹੈ, ਆਪ ਹੀ ਪਰਮੇਸ਼ਵਰ ਹੈ, ਆਪ ਹੀ ਪ੍ਰਾਈਮਲ ਬੀਇੰਗ ਹੈ, ਆਪ ਹੀ ਖੁਦ ਖੁਦਾ ਹੈ, ਦੁਨੀਆ ਦਾ ਮਾਲਕ ਹੈ। ਗੁਰੂ ਨਾਨਕ ਦਾ ਗੁਰੂ ਕੋਈ ਨਹੀਂ, ਗੁਰੂ ਨਾਨਕ ਸਮੁੱਚੀ ਕਾਇਨਾਤ ਦਾ ਜਗਤ ਗੁਰੂ ਹੈ। ਰੋਜ਼ ਤੇ ਪੜ੍ਹਦੇ ਹੋ, ਫਿਰ ਦੁਹਰਾ ਦੇਵਾਂ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਉਹ ਜਿਹੜਾ ਚੂੜਕਾਣੇ ਪਿੰਡ ਸੱਚਾ ਸੌਦਾ ਕੀਤਾ ਨਾ 20 ਰੁਪਈਆਂ ਦਾ ਲੰਗਰ ਲਾ ਕੇ, ਉੱਥੇ ਖਰਾ ਸੌਦਾ ਗੁਰਦੁਆਰਾ ਬਣਿਆ ਹੈ। ਉਹਨੂੰ ਸੱਚਾ ਸੌਦਾ ਵੀ ਕਹਿ ਦਿੰਦੇ ਗੁਰਦੁਆਰੇ ਨੂੰ। ਇਹ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਸੀ। ਇੱਥੋਂ ਜਦੋਂ ਪਿੰਡ ਮੁੜੇ ਨਾ ਰਾਏ ਭੋਏ ਦੀ ਤਲਵੰਡੀ, ਹੁਣ ਇਹ ਗੱਲ ਦੀ ਤੇ ਸਮਝ ਹੈ ਵੀ ਘਰੋਂ ਝਿੜਕਾਂ ਪੈਣੀਆਂ ਨੇ। ਦੁਨਿਆਵੀ ਆਪਾਂ ਲੋਕ ਪਤਾ ਕਿਵੇਂ ਸੋਚਦੇ ਆ, ਕਾਕੇ ਨੂੰ 20 ਰੁਪਈਏ ਦਿੱਤੇ ਨੇ ਤੇ 200 ਬਣਾ ਕੇ ਲਿਆਵੇ ਫਿਰ ਗੱਲ ਨਾ ਲਾਵਾਂਗੇ। ਅਸੀਂ ਸੰਸਾਰ ਨੂੰ ਕਮਾਉਣਾ ਹੀ ਸਭ ਕੁਝ ਸਮਝ ਲਿਆ। ਚੌਂਕੜਾ, ਅਧਿਆਤਮਕ ਦੁਨੀਆ, ਪ੍ਰਭੂ ਪਰਮੇਸ਼ਵਰ ਦੀ ਪ੍ਰਾਪਤੀ, ਉਹ ਸਾਡੀ ਲੋਕਾਂ ਦੀ ਸਮਝ ਚੋਂ ਬਾਹਰ ਹੈ। ਕਿੱਡੀ ਵੱਡੀ ਜਾਇਦਾਦ ਹੈ, ਅਸੀਂ ਨਹੀਂ ਸਮਝ ਪਾਉਂਦੇ। ਇੱਥੇ ਬੜੇ ਬੜੇ ਸੌਦਾਗਰ, ਵਪਾਰੀ, ਸਮਾਂ ਆਇਆ, ਮੌਤ ਆਈ, ਤਨ ਦੇ ਨਾਲ ਨਾਮ ਵੀ ਮਿਟ ਗਿਆ। ਪਰ ਜਿਨ੍ਹਾਂ ਖਰੇ ਸੌਦੇ ਕੀਤੇ, ਰੱਬ ਦੇ ਗੀਤ ਗਾਏ, ਨਾਮ ਜਪਿਆ, ਜਿਨ੍ਹਾਂ ਨੇ ਗਰੀਬ ਗੁਰਬੇ ਤੇ ਪਰਉਪਕਾਰ ਕੀਤਾ, ਉਹਨਾਂ ਮਹਾਂਪੁਰਸ਼ਾਂ ਦਾ ਨਾਮ ਅਮਰ ਹੋ ਗਿਆ। ਸਰੀਰ ਚਾਹੇ ਮਿਟ ਹੀ ਗਿਆ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਤਿੰਨਾਂ ਲੋਕਾਂ 'ਚ ਉਹਨਾਂ ਦੀ ਵਡਿਆਈ ਪ੍ਰਗਟ ਹੈ। ਪਿੰਡੋਂ ਬਾਹਰ ਰੁਕ ਗਏ ਤੇ ਭਾਈ ਬਾਲਾ ਜੀ ਗਏ ਬਾਪੂ ਨੂੰ ਠੰਡਿਆਂ ਕਰਨ, ਮਹਿਤਾ ਕਾਲੂ ਜੀ ਨੂੰ, ਵੀ ਜਾ ਕੇ ਮੈਂ ਉਹਨਾਂ ਦਾ ਰੋਸਾ ਠੰਡਾ ਕਰਾਂ। ਬਾਪ ਨੇ ਪੁੱਛਿਆ ਨਾਨਕ ਕਿੱਥੇ ਹੈ? ਕਹਿੰਦੇ ਜੀ ਪਿੰਡੋਂ ਬਾਹਰ ਬੈਠੇ ਨੇ। ਝੂਠ ਤੇ ਬੋਲਣਾ ਨਹੀਂ, ਸੱਚੋ ਸੱਚ ਦੱਸ ਦਿੱਤਾ ਭਾਈ ਬਾਲਾ ਨੇ ਕੀ ਕੌਤਕ ਵਾਪਰਿਆ ਹੈ। ਬਸ ਦੌੜੇ ਆਏ ਬਾਬਾ ਮਹਿਤਾ ਕਾਲੂ ਜੀ, ਗੁਰੂ ਨਾਨਕ ਸਾਹਿਬ ਨੂੰ ਝਿੜਕਿਆ ਹੈ ਤੇ 2-4 ਥੱਪੜ ਕੱਢ ਮਾਰੇ ਨੇ। ਇਤਿਹਾਸ ਦੇ ਬੋਲ ਨੇ, ਦਹਿਨ ਹਾਥ ਤੇ ਬਾਮ ਕਪੋਲਾ, ਹਨੇ ਤਮਾਚੇ ਬਲ ਸੋ ਤੋਲਾ, ਖਿੱਚ ਕੇ ਚਪੇੜਾਂ ਮਾਰ ਦਿੱਤੀਆਂ। ਉਹ ਪਿੱਛੇ ਬੇਬੇ ਨਾਨਕੀ ਵੀ ਭੱਜੀ ਆਉਂਦੀ ਸੀ, ਮਹਾਰਾਜ ਦੀ ਭੈਣ, ਵੱਡੇ ਸੀ ਮਹਾਰਾਜ ਤੋਂ। ਔਰ ਗੁਰੂ ਨਾਨਕ ਦੇ ਸਿਖਿਆਰਥੀਆਂ ਚੋਂ ਮੁੱਖ ਸਿਖਿਆਰਥੀ ਨੇ, ਜਿਨ੍ਹਾਂ ਨੂੰ ਸਮਝ ਪੈ ਗਈ ਵੀ ਗੁਰੂ ਨਾਨਕ ਆਮ ਇਨਸਾਨ ਨਹੀਂ ਹੈ। ਗੁਰੂ ਨਾਨਕ, ਨਾਨਕ ਹਰ ਸੋਏ ਪਰਮੇਸ਼ਵਰ ਦਾ ਰੂਪ ਹੈ। ਪਹੁੰਚੀ ਨਿਕਟ ਨਾਨਕੀ ਤੂਰਨ, ਪਿਤ ਕਰ ਗਏ ਹੋ ਜੋ ਰਿਸ ਮੈਂ ਪੂਰਨ। ਪਿਤਾ ਦਾ ਹੱਥ ਫੜ ਲਿਆ, ਗੁੱਸੇ ਵਿੱਚ ਸਨ ਪਿਤਾ, ਮੇਰੇ ਭਾਈ ਨੂੰ ਨਾ ਮਾਰੋ। ਮਹਾਰਾਜ ਨੂੰ ਛਡਾਇਆ ਮਾਤਾ ਨੇ। ਰਾਏ ਬਲਾਰ ਨੂੰ ਪਤਾ ਲੱਗਿਆ ਵੀ ਮੇਰੇ ਮੁਰਸ਼ਦ ਗੁਰੂ ਨਾਨਕ ਸਾਹਿਬ ਤੇ ਹੱਥ ਚੁੱਕਿਆ ਹੈ ਮੇਰੇ ਪਟਵਾਰੀ ਨੇ, ਮਹਿਤਾ ਕਾਲੂ ਨੇ। ਤੇ ਰਾਏ ਬਲਾਰ ਨੇ ਸੱਦ ਲਿਆ ਦਰਬਾਰ ਦੇ ਵਿੱਚ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਗਇਓ ਦਰਬ ਜਾਣਿਓ ਨਿਜ ਜੇਤੋ, ਮੋਹੇ ਨਿਕਟ ਤੇ ਲੇਵੋ ਤੇ ਤੋ। ਪਟਵਾਰੀ ਜੀ ਗੱਲ ਸੁਣੋ, ਜਿੰਨਾ ਤੁਹਾਡਾ ਨੁਕਸਾਨ ਹੋਇਆ ਹੈ ਮੇਥੋਂ ਲਓ ਖਾਂ 20 ਰੁਪਈਏ, ਔਰ 20 ਦੀ ਜਗ੍ਹਾ ਤੇ ਭਾਵੇਂ 4 ਗੁਣਾ ਲੈ ਲਵੋ, ਪਰ ਇੱਕ ਗੱਲ ਜ਼ਿਹਨ ਵਿੱਚ ਟਿਕਾ ਲਵੋ, ਇਹ ਤੁਹਾਡਾ ਫਰਜ਼ੰਦ ਕੋਈ ਆਮ ਇਨਸਾਨ ਨਹੀਂ ਹੈ। ਇਹਦੇ ਤੇ ਅੱਗੇ ਤੋਂ ਹੱਥ ਨਾ ਚੁੱਕਿਓ, ਇਹ ਮੇਰਾ ਪੀਰ ਹੈ ਔਰ ਇਹ ਲੋਕਾਈ ਨੂੰ ਤਾਰਨ ਖੁਦਾ ਆਪ ਦੁਨੀਆ ਤੇ ਪ੍ਰਗਟ ਹੋਇਆ ਹੈ। ਬਾਪ ਤੇ ਬਾਪ ਹੈ ਨਾ। ਹੱਥ ਜੋੜ ਕੇ ਰਾਏ ਬਲਾਰ ਨੂੰ ਕਹਿੰਦਾ, ਜੀ ਗੱਲ ਪੈਸਿਆਂ ਦੀ ਨਹੀਂ ਹੈ,
दुख इस गल दा है भी मेरा कल्ला फरजंद है, इहदा दूजा कोई भाई नहीं भी मेरे जाण तो बाद इनू कमा के कुछ छका दवे। असल दे विच बात यह है, इनू जो भी मैं धन दौलत दिना किरत करन दे लई ये गरीबां ते लटा दिंदा, कदे नंगियां नू वस्त्र दे दिंदा है, कदे आंदरां तो भुखियां नू भोजन करा आउंदा है। मैनू फिक्र है भी मेरे जाण तो बाद इहदा आसरा कौन बनेगा, इहदे घर दा निर्वाह किवें चलेगा। राए बुलार दे गलूए चों बोल निकले, मਹਿਤਾ कालू जी तुहानू गुरु नानक दी हस्ती दी समझ नहीं है, इहदा फिक्र छड्डो, इनू किन्ने पालना है ते कुल लोकाई नू पालन वाला खुदा आप गुरु नानक बन के दुनिया ते आया है। सुन कालू तुझको सुध नाही, माया जिति पिखो जग माही, सब वर्त है नानक अनुसारी, पत रजाए जो पत ब्रत नारी। आया कालू जिन्नी भी माया दुनिया च प्रगट है ਇਹਦੇ ਹੁਕਮ ਵਿੱਚ ਇਦਾਂ ਚੱਲਦੀ ਹੈ ਜਿਵੇਂ ਪਤੀ ਵਰਤਾ ਔਰਤ ਆਪਣੇ ਖਸਮ ਦੇ ਹੁਕਮ ਵਿੱਚ ਚੱਲਦੀ ਹੈ। ਇਹ ਮਾਇਆ ਦਾ ਪੱਤ ਹੈ। ਕਹਿੰਦੇ ਇਹ ਰੱਬ ਦਾ ਰੂਪ ਹੈ, ਅੱਗੇ ਤੋਂ ਇਹਦੇ ਤੇ ਹੱਥ ਨਾ ਚੁੱਕਿਓ, ਤੁਹਾਡੇ ਨੁਕਸਾਨ ਦੀ ਭਰਪਾਈ ਅੱਜ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਕਰਾਂਗਾ, ਕਿਉਂਕਿ ਮੈਨੂੰ ਸਮਝ ਪੈ ਗਈ ਹੈ ਖੁਦਾ ਤੇ ਗੁਰੂ ਨਾਨਕ ਵਿੱਚ ਫਰਕ ਨਹੀਂ। ਇਹੀ ਬੋਲ ਗੁਰੂ ਗ੍ਰੰਥ ਸਾਹਿਬ ਦੇ ਨੇ, ਪਾਰ ਬ੍ਰਹਮ ਗੁਰ ਨਾਹੀ ਭੇਦ, ਨਾਨਕ ਸੋਧੇ ਸਿਮਰਤ ਵੇਦ। ਗੁਰੂ ਨਾਨਕ ਤੇ ਪਰਮੇਸ਼ਵਰ ਇੱਕ ਨੇ। ਹਰ ਦੁਨੀਆ ਦਾ ਧਾਰਮਿਕ ਗ੍ਰੰਥ ਜੋ ਅਕਾਲ ਪੁਰਖ ਦੇ ਗੀਤ ਗਾਉਂਦਾ ਹੈ, ਵਡਿਆਈ ਕਰਦਾ ਹੈ, ਵੈਸੀ ਹੀ ਵਡਿਆਈ ਗੁਰੂ ਨਾਨਕ ਦੀ ਪ੍ਰਗਟ ਹੈ। There is no difference between the Supreme Lord and Guru Nanak। ਰੰਚਕ ਮਾਤਰ ਫਰਕ ਨਹੀਂ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਅਜ਼ਮਤਾਂ ਦੇ ਸਹਿਤ ਨੇ, ਝੋਲੀਆਂ ਭਰਨ ਵਾਲੇ ਨੇ, ਦੀਨ ਦੁਨੀਆ ਦੇ ਮਾਲਕ। ਗੁਰੂ ਨਾਨਕ ਦੀ ਵਡਿਆਈ ਅਗੰਮੀ ਹੈ। ਜਿੱਥੇ ਉਹ ਨਿਰਗੁਣ ਸਰੂਪ ਨੇ, ਨਿਰਗੁਣ ਆਪ ਸਰਗੁਣ ਵੀ ਉਹੀ, ਉੱਥੇ ਉਹ ਸਰਗੁਣ ਚੋਲੇ ਵਿੱਚ 10 ਜਾਮੇ ਵਿਚਰੇ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ। ਅੱਜ ਉਹ ਸ਼ਬਦਾ ਅਵਤਾਰ ਵੀ ਨੇ। ਵਾਹੋ ਵਾਹੋ ਬਾਣੀ निरंकार है तिस जेवड़े अवर ना कोई, पोथी परमेश्वर का थान, सब सिखन को हुक्म है गुरु मान्यो ग्रंथ। गुरु ग्रंथ साहिब नाल जुड़ो, खंडे दी पौल छको, जीवन नूं सफला करो।